ਇੰਨੀ ਪ੍ਰਸ਼ੰਸਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ, ਇਹ ਕਰਨ ਤੋਂ ਪਹਿਲਾਂ ਘੱਟੋ ਘੱਟ ਇਹ ਝਾਤੀ ਮਾਰ ਲੈਣੀ ਚਾਹੀਦੀ ਸੀਗੀ ਕਿ ਜਿਸੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ ਸੀਗਾ ਤੇ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਦੀ ਰਿਕਮੈਂਡੇਸ਼ਨ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ। ਕਿ 2014 ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਆਂਦੀ ਹੈ, 5 ਗੁਰਦੁਆਰੇ ਜਿਹੜੇ ਨੇ ਹੁਣ ਤੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ, ਉਹ ਇਸ ਬਹਾਦਰ ਕੌਮ ਦੇ ਗੁਰਦੁਆਰੇ ਬੁਲਡੋਜ਼ਰਾਂ ਦੇ ਨਾਲ ਨਿਸ਼ਤੋ ਨਬੂਦ ਕੀਤਾ ਜਾ ਚੁੱਕਾ ਹੈ। गली बात कह देना कि भाई ये बहादुर कौम है। ये देश हर सिख के लिए गर्व करता है। ते जिसले प्रैक्टिकल दी गल आए फिर 26 जनवरी वाले दिन गोलियां मार के उड़ा दे। गुरदीप सिंह खेड़ा, बंदी सिंह, प्रोफेसर दविंदरपाल सिंह भुल्लर 26 साल तो अदालतां ने कहता छड़ दिओ, सरकारां छड्डदियां नहीं साडे बंदी ਸਿੰਘਾਂ ਨੂੰ। ਇਹ ਬਹਾਦਰ ਕੌਮ ਨੂੰ ਤੁਸੀਂ ਤਕਮੇ ਦੇ ਰਹੇ। ਉਹਨਾਂ ਨੇ ਕੀ ਕਿਹਾ ਕਿ ਉੱਤਰਾਖੰਡ ਵਿੱਚ ਹੜ੍ਹ ਆ ਗਏ ਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਤੁਹਾਡੀ NIA ਕਹਿੰਦੀ ਅਸੀਂ ਅੱਤਵਾਦੀ ਆ, ਅਸੀਂ ਫੇਰ ਵੀ ਜਾ ਕਰਕੇ ਉੱਥੇ ਜਿਹੜੇ ਬੰਦੇ ਪੀੜਤ ਨੇ, ਜਿਹੜੇ ਮਰ ਗਏ ਨੇ, ਅਸੀਂ ਸਾਰਿਆਂ ਦਾ ਖਿਆਲ ਕਰਾਂਗੇ, ਸਾਰਿਆਂ ਜਾ ਕੇ ਸੇਵਾ ਕਰਾਂਗੇ। ਸਾਡੀ ਕਥਨੀ ਕਰਨੀ ਵਿੱਚ ਕੋਈ ਅੰਤਰ ਨਹੀਂ ਹੈ ਮੋਦੀ ਸਾਹਿਬ। ਅਸੀਂ ਵੀ ਅੰਦੋਲਨਕਾਰੀ ਸ਼ਬਦ ਸੁਣਿਆ, ਕਈ ਵਾਰ ਬੁੱਧੀਜੀਵੀ ਸ਼ਬਦ ਸੁਣਿਆ, ਪਰ ਪਹਿਲੀ ਵਾਰ ਜਿਹੜਾ ਸੀ ਕੇਂਦਰ ਦੀ ਵਜ਼ਾਰਤ ਦੇ ਵਿੱਚੋਂ ਅੰਦੋਲਨਜੀਵੀ ਸ਼ਬਦ ਸੁਣਿਆ। ਕੀ ਦੇਖਦੇ ਹੋ? ਸਾਰੇ ਲੋਕੀ ਬਗੈਰ ਅੰਨ ਖਾਤੇ ਨਹੀਂ ਜੀ ਸਕਦੇ ਤੇ ਉਹ ਅੰਨ ਪੈਦਾ ਕਰਨ ਵਾਲਾ ਕਿਸਾਨ ਹੈ, ਤਾਂ ਉਹ ਕਿਸਾਨਾਂ ਨੂੰ ਕਹਿਤਾ ਗਿਆ ਤੁਸੀਂ ਅੰਦੋਲਨਕਾਰੀ ਜੀਵੀ ਹੋ, ਦੇ ਆਰ ਪੈਰਾਸਾਈਟਸ। ਇਹ ਪ੍ਰਧਾਨ ਮੰਤਰੀ ਦੇ ਰੁਤਬੇ ਵਾਲੇ ਵਿਅਕਤੀ ਨੂੰ ਇੰਨੇ ਉੱਚੇ ਰੁਤਬੇ ਬੈਠ ਕਰਕੇ ਇਹ ਅੰਦੋਲਨਕਾਰੀ ਜੀਵੀ ਸ਼ਬਦ ਇਹ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਤਾਂ ਇਦਾਂ ਲੱਗਦਾ ਹੈ ਜਾਂ ਪ੍ਰਧਾਨ ਮੰਤਰੀ ਸਾਹਿਬ ਪੜ੍ਹੇ ਨਹੀਂ ਤੇ ਜਾਂ ਉਹ ਪੜ੍ਹੇ ਜ਼ਿਆਦਾ ਨੇ, ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਰਜਿੰਦਰ ਸਿੰਘ ਸਭਰਾ। ਦੋਸਤੋ, ਕਿਸਾਨੀ ਅੰਦੋਲਨ ਦੇ ਦਰਮਿਆਨ ਹਰ ਬੰਦਾ ਆਪੋ ਆਪਣੇ ਨਜ਼ਰੀਏ ਤੋਂ ਦੇਖਦਾ ਹੈ ਜੋ ਕੁਝ ਕਿਸਾਨੀ ਅੰਦੋਲਨ ਦੇ ਵਿੱਚ ਵਾਪਰਿਆ ਹੈ। ਇਹ ਸਾਡੇ ਸਾਰੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਹੈ ਜੋ ਕੁਝ ਮੌਜੂਦਾ ਦੌਰ ਦੇ ਵਿੱਚ ਵਾਪਰਿਆ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਤਮਾਮ ਜਾਣਕਾਰੀ ਵੀ ਉਹਨਾਂ ਦੇ ਕੋਲੋਂ ਹਾਸਲ ਕਰਾਂਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਪਹਿਲਾਂ ਜਿਹੜਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਇਹ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਜਿਹੜਾ ਸਿੱਖ ਕੌਮ ਹੈ ਇੱਕ ਬਹੁਤ ਬਹਾਦਰ ਕੌਮ ਹੈ, ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ੰਸਾਯੋਗ ਜਿਹੜੇ ਸ਼ਬਦ ਹੈ ਕਹੇ ਜਾਂਦੇ ਆ, ਕਿਸ ਤਰ੍ਹਾਂ ਦੇਖਦੇ ਹੋ? ਵੇਖੋ, ਸਿੱਖ ਕੌਮ ਬਹਾਦਰ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਠੀਕ ਹੈ। ਔਰ ਮੈਂ ਸਮਝਦਾ ਕਿ ਵੀ ਇਹ ਸਾਡੀ ਪ੍ਰਸ਼ੰਸਾ ਕੀਤੀ ਗਈ ਹੈ ਕਿਉਂਕਿ ਅਸੀਂ ਪ੍ਰਸ਼ੰਸਾ ਦੇ ਲਾਇਕ ਹਾਂ। ਸਾਡੇ 'ਤੇ ਕਿਸੇ ਨੇ ਵੀ ਕੋਈ ਅਹਿਸਾਨ ਨਹੀਂ ਕੀਤਾ। ਅਸੀਂ ਆਪਣੀ ਬਹਾਦਰੀ ਦਾ ਸਿੱਕਾ ਜਮਾਇਆ, ਦੁਨੀਆ ਨੂੰ ਦੱਸਿਆ ਕਿ ਸਿੱਖ ਕੌਮ ਬਹਾਦਰ ਹੈ ਤੇ ਬਹੁਤ ਹੀ ਜ਼ਿਆਦਾ ਇਨਸਾਨੀਅਤ ਪਸੰਦ ਹੈ, ਮਨੁੱਖਤਾ ਦੀ ਸੇਵਾ ਕਰਨ ਵਾਲੀ ਹੈ। ਔਰ ਸ਼ਾਇਦ ਇੰਨੀ ਵੱਡੀ ਸੇਵਾ ਮਨੁੱਖਤਾ ਦੀ ਸ਼ਾਇਦ ਹੀ ਕੋਈ ਕੌਮ ਮੁਸੀਬਤਾਂ ਵੇਲੇ ਆ ਕਰਕੇ ਅੱਗੇ ਖਲੋਂਦੀ ਹੋਏਗੀ ਜਿੰਨੇ ਕਿ ਸਿੱਖ ਕੌਮ ਖਲੋਂਦੀ ਹੈ। ਲੇਕਿਨ ਮੈਂ ਸਮਝਦਾ ਕਿ ਇੰਨੀ ਪ੍ਰਸ਼ੰਸਾ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੀ ਹੈ,
ਇਹ ਕਰਨ ਤੋਂ ਪਹਿਲਾਂ ਘੱਟੋ ਘੱਟ ਇਹ ਝਾਤੀ ਮਾਰ ਲੈਣੀ ਚਾਹੀਦੀ ਸੀਗੀ ਕਿ ਇਹਨਾਂ ਦੀ ਹੀ ਪਾਰਟੀ ਦੇ ਅਡਵਾਨੀ ਸਾਹਿਬ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਜਿਸੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਹੋਇਆ ਸੀਗਾ ਤੇ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਦੀ ਰਿਕਮੈਂਡੇਸ਼ਨ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ। ਇੱਕ ਗੱਲ, ਉਹਦਾ ਜਵਾਬ ਸਾਨੂੰ ਅੱਜ ਤੱਕ ਨਹੀਂ ਮਿਲਿਆ। ਅੱਗੇ ਚਲੀਏ ਕਿ ਜੇਕਰ ਦੇਖਿਆ ਜਾਏ ਕਿ 2014 ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਆਂਦੀ ਹੈ, ਉਹ ਸਾਡੇ ਇਤਿਹਾਸਿਕ ਗੁਰਦੁਆਰੇ ਜਿਨ੍ਹਾਂ ਦੇ ਵਿੱਚ ਗਿਆਨ ਗੋਦੜੀ ਗੁਰਦੁਆਰਾ ਵੀ ਹੈ, ਮੰਗੂ ਮੱਠ ਵੀ ਹੈ, ਡਾਂਗਮਾਰ ਗੁਰਦੁਆਰਾ ਵੀ ਹੈ, 5 ਗੁਰਦੁਆਰੇ ਜਿਹੜੇ ਨੇ ਹੁਣ ਤੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਜਿਹੜੇ ਇਤਿਹਾਸਿਕ ਗੁਰਦੁਆਰੇ ਨੇ, ਉਹ ਇਸ ਬਹਾਦਰ ਕੌਮ ਦੇ ਗੁਰਦੁਆਰੇ ਬੁਲਡੋਜ਼ਰਾਂ ਦੇ ਨਾਲ ਨਿਸ਼ਤੋਂ ਨਬੂਦ ਕੀਤੇ ਜਾ ਚੁੱਕੇ ਨੇ। ਉਹਦੇ ਬਾਰੇ ਨਹੀਂ ਬੋਲੇ ਹੈ, ਨਹੀਂ ਬੋਲੇ। ਸਿੱਖਾਂ ਨੂੰ ਅੱਤਵਾਦੀ ਕਹਿ ਕਰਕੇ ਗੋਦੀ ਮੀਡੀਆ ਦਿਨ ਰਾਤ ਪ੍ਰਚਾਰ ਕਰਦਾ ਹੈ, ਉਹਦੇ ਬਾਰੇ ਨਹੀਂ ਬੋਲੇ। ਜੇ ਬਹਾਦਰ ਕੌਮ ਹੈ ਤੇ ਭਾਈ ਇਸ ਬਹਾਦਰ ਕੌਮ ਨੇ ਜੇਕਰ ਹਿੰਦੁਸਤਾਨ ਦੇ ਬਾਰਡਰ ਸਾਂਭੇ ਹੋਏ ਨੇ ਤੇ ਜੇਕਰ ਪੂਰੇ ਦੇਸ਼ ਨੂੰ ਅੰਨ ਦੇ ਰਹੇ ਨੇ ਤੇ ਇਸ ਬਹਾਦਰ ਕੌਮ ਨੇ ਹੀ 3 ਕਾਲੇ ਕਾਨੂੰਨਾਂ ਨੂੰ ਲੈ ਕਰਕੇ ਇੱਕ ਜੰਗ ਛਿੜੀ ਹੋਈ ਹੈ ਕਿ 3 ਕਾਲੇ ਕਾਨੂੰਨ ਵਾਪਸ ਲਓ। ਤੇ ਬਹਾਦਰ ਕੌਮ ਦਾ ਜੇ ਸਤਿਕਾਰ ਕਰਦੇ ਹੋ ਤੇ ਫਿਰ ਇਹ 3 ਕਾਲੇ ਕਾਨੂੰਨ ਜਿਹੜੇ ਸੀਗੇ ਹੁਣ ਤੱਕ ਸਾਡੀਆਂ ਮਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ, ਸਾਡੀਆਂ ਭੈਣਾਂ ਨੂੰ, ਇਹ ਸਾਰੇ ਜਿਹੜੇ ਨੇ ਇਹ 25 ਸਤੰਬਰ ਤੋਂ ਪੰਜਾਬ 'ਚ ਲੱਗੇ ਹੋਏ ਨੇ ਤੇ 25 ਨਵੰਬਰ ਦੇ ਬਾਅਦ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ। ਗੱਲੀ ਬਾਤੀ ਕਹਿ ਦੇਣਾ ਕਿ ਬਈ ਇਹ ਬਹਾਦਰ ਕੌਮ ਹੈ ਤੇ ਜਿਸਲੇ ਪ੍ਰੈਕਟੀਕਲ ਦੀ ਗੱਲ ਆਏ ਫਿਰ 26 ਜਨਵਰੀ ਵਾਲੇ ਦਿਨ ਗੋਲੀਆਂ ਮਾਰ ਕੇ ਇਹਨਾਂ ਨੂੰ ਉਡਾ ਦਿਓ, ਠੀਕ ਹੈ। ਫਿਰ ਇਹਨਾਂ ਨੂੰ ਦਿੱਲੀ ਦੀ ਪੁਲਿਸ ਨੇ ਬੂਟਾਂ ਦੇ ਨਾਲ ਥੱਲੇ ਇਹਨਾਂ ਨੂੰ ਰਗੜਿਆ, ਮਾਰਿਆ, ਕੁੱਟਿਆ, ਕੇਸਾਂ ਦੀ ਬੇਅਦਬੀ ਕੀਤੀ ਗਈ ਹੈ, ਕਕਾਰ ਲਾਏ ਗਏ ਨੇ, ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤੇ ਇਹਨਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਇਸ ਬਹਾਦਰ ਕੌਮ ਨੂੰ ਵਿਦਆਊਟ ਐਨੀ ਫਾਲਟ ਇਹਨਾਂ ਨੂੰ ਅੰਦਰ ਟਕਿਆ ਹੋਇਆ। 29 ਸਾਲਾਂ ਤੋਂ ਗੁਰਦੀਪ ਸਿੰਘ ਖਹਿੜਾ ਬੰਦੀ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 26 ਸਾਲਾਂ ਤੋਂ ਅਦਾਲਤਾਂ ਨੇ ਕਹਿਤਾ ਛੱਡ ਦਿਓ। ਸਰਕਾਰਾਂ ਛੱਡਦੀਆਂ ਨਹੀਂ ਸਾਡੇ ਬੰਦੀ ਸਿੰਘਾਂ ਨੂੰ। ਇਹ ਬਹਾਦਰ ਕੌਮ ਨੂੰ ਤੁਸੀਂ ਤਕਮੇ ਦੇ ਰਹੇ ਹੋ। ਕਿਹੜੀ ਚੀਜ਼ ਦੱਸਣਾ ਚਾਹੁੰਦੇ ਹੋ? ਤੁਹਾਡੇ ਮਾਪਦੰਡ ਹੀ ਵੱਖਰੇ ਨੇ, ਤੁਹਾਡੀ ਅਦਾਲਤਾਂ ਦੇ ਮਾਪਦੰਡ ਵੱਖਰੇ ਨੇ। ਜਿਸ ਵੇਲੇ ਅਦਾਲਤਾਂ ਦੀ ਗੱਲ ਚੱਲਦੀ ਹੈ ਉੱਥੇ ਵੀ ਸਿੱਖਾਂ ਨਾਲ ਵਿਤਕਰਾ ਕਰਦੇ ਹੋ। ਥਾਂ ਥਾਂ ਤੇ ਵਿਤਕਰਾ ਹੈ ਸਿੱਖ ਕੌਮ ਦੇ ਨਾਲ। ਧਰਮ ਪੱਖੋਂ ਵਿਤਕਰਾ, ਰਾਜਨੀਤੀ ਪੱਖੋਂ ਵਿਤਕਰਾ, ਆਰਥਿਕ ਪੱਖੋਂ ਵਿਤਕਰਾ। ਸਾਡਾ ਪਾਣੀ ਲੁੱਟ ਕੇ ਲੈ ਗਏ ਤੁਸੀਂ, ਹੁਣ ਤੁਸੀਂ ਜ਼ਮੀਨਾਂ ਲੁੱਟਣ ਲੱਗੇ। ਕੀ ਕਰ ਰਹੇ ਬਹਾਦਰ ਕੌਮ ਦੇ ਨਾਲ? ਕੋਈ ਸਾਨੂੰ ਦੱਸੋ ਤਾਂ ਸਹੀ ਬਈ ਕਿ ਸਿੱਖਾਂ ਦੀ ਜੇ ਤਾਰੀਫ ਕਰਦੇ ਹੋ, ਅਸੀਂ ਮੰਨਦੇ ਹਾਂ ਤੁਸੀਂ ਚੰਗਾ ਕੰਮ ਕੀਤਾ, ਬਹੁਤ ਚੰਗਾ ਕੰਮ ਕੀਤਾ, ਲੇਕਿਨ ਕਥਨੀ ਤੇ ਕਰਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਸਿੱਖ ਜਿਹੜਾ ਨਾ, ਤੁਸੀਂ ਇਹਨਾਂ ਨੂੰ ਖਾਲਸਾ ਏਡ ਵਾਲਿਆਂ ਨੂੰ, ਤੁਹਾਡੀ NIA ਨੇ ਇਹ ਕਿਹਾ ਕਿ ਤੁਸੀਂ ਅੱਤਵਾਦੀ ਹੋ, ਬੁਲਾਇਆ ਖਾਲਸਾ ਏਡ ਨੂੰ, ਪੱਤਰਕਾਰਾਂ ਨੂੰ ਬੁਲਾ ਲਿਆ, ਜਿਹੜੇ ਲੰਗਰ ਛਕਾ ਰਹੇ ਨੇ ਉਹਨਾਂ ਨੂੰ ਬੁਲਾ ਲਿਆ NIA ਨੇ। ਇਹ ਬਹਾਦਰ ਕੌਮ ਦੇ ਨਾਲ ਇਹ ਟ੍ਰੀਟਮੈਂਟ ਹੁੰਦਾ। ਤੇ ਖਾਲਸਾ ਏਡ ਦੇਖੋ, ਗੁਰੂ ਨਾਨਕ ਦੇ ਜਿਹੜੇ ਸਿੱਖ ਨੇ ਨਾ, ਉਹਨਾਂ ਦੀ ਕਥਨੀ ਤੇ ਕਰਨੀ 'ਚ ਕੋਈ ਫਰਕ ਨਹੀਂ ਹੈਗਾ। ਉਹਨਾਂ ਨੇ ਕੀ ਕਿਹਾ ਕਿ ਉੱਤਰਾਖੰਡ ਵਿੱਚ ਹੜ੍ਹ ਆ ਗਏ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੁਹਾਡੀ NIA ਕਹਿੰਦੀ ਅਸੀਂ ਅੱਤਵਾਦੀ ਹਾਂ, ਅਸੀਂ ਫਿਰ ਵੀ ਜਾ ਕਰਕੇ ਉੱਥੇ ਜਿਹੜੇ ਬੰਦੇ ਪੀੜਿਤ ਨੇ, ਜਿਹੜੇ ਮਰ ਗਏ ਨੇ, ਅਸੀਂ ਸਾਰਿਆਂ ਦਾ ਖਿਆਲ ਕਰਾਂਗੇ, ਸਾਰਿਆਂ ਜਾ ਕੇ ਸੇਵਾ ਕਰਾਂਗੇ। ਸਾਡੀ ਕਥਨੀ ਕਰਨੀ ਵਿੱਚ ਕੋਈ ਅੰਤਰ ਨਹੀਂ ਹੈ ਮੋਦੀ ਸਾਹਿਬ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਜੋ ਕਵਾਂਗੇ ਉਸ ਪ੍ਰਕਾਰ ਨਾਲ ਕਰਾਂਗੇ। ਜੋ ਸਾਨੂੰ ਗੁਰੂ ਨਾਨਕ ਨੇ ਕਹਿ ਦਿੱਤਾ ਸੇਵਾ ਕਰਨੀ, ਅਸੀਂ ਕਰਨੀ ਹੈ। ਲੇਕਿਨ ਸਾਨੂੰ ਰਾਜ ਸਭਾ ਵਿੱਚ ਬੈਠ ਕੇ ਤੁਸੀਂ ਜਿਹੜੀ ਗੱਲ ਕੀਤੀ, ਸਾਡੀ ਤਾਰੀਫ ਕੀਤੀ ਹੈ,
ਅਸੀਂ ਤੁਹਾਨੂੰ ਇਸ ਚੈਨਲ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਮੋਦੀ ਸਾਹਿਬ ਜੇ ਅਸੀਂ ਵਾਕਈ ਬਹਾਦਰ ਹਾਂ, ਸਿੰਸੀਅਰ ਹਾਂ, ਤੇ ਇਹ ਜਿਹੜੇ 3 ਕਾਨੂੰਨ ਨੇ ਜਿਨ੍ਹਾਂ ਬਾਰੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਿਹੜੇ ਨੇ ਇੱਥੋਂ ਬਜ਼ੁਰਗ ਜਿਹੜੇ ਨੇ ਵਾਪਸ ਚਲੇ ਜਾਣ, ਘਰੋਂ ਘਰੀ ਚਲੇ ਜਾਣ, ਇਹ ਹੁਣ ਅੰਦੋਲਨ ਖਤਮ ਕਰ ਦਿਓ, ਤੁਸੀਂ ਇਹ ਸਾਰੀਆਂ ਗੱਲਾਂ ਛੱਡ ਦਿਓ ਤੇ ਇਹ 3 ਕਾਨੂੰਨ ਜਿਹੜੇ ਨੇ ਰੱਦ ਕਰੋ ਤੇ ਇਹਨਾਂ ਸਾਰਿਆਂ ਨੂੰ ਘਰੋਂ ਘਰੀ ਤੁਰ ਪੈਣਾ। ਪ੍ਰੋਫੈਸਰ ਸਾਹਿਬ ਸਵਾਲ ਹੈ, ਅਸੀਂ ਵੀ ਅੰਦੋਲਨਕਾਰੀ ਸ਼ਬਦ ਸੁਣਿਆ, ਕਈ ਵਾਰ ਬੁੱਧੀਜੀਵੀ ਸ਼ਬਦ ਸੁਣਿਆ, ਪਰ ਪਹਿਲੀ ਵਾਰ ਜਿਹੜਾ ਸੀ ਕੇਂਦਰ ਦੀ ਵਜ਼ਾਰਤ ਦੇ ਵਿੱਚੋਂ ਅੰਦੋਲਨ ਜੀਵੀ ਸ਼ਬਦ ਸੁਣਿਆ ਹੈ, ਕੀ ਦੇਖਦੇ ਹੋ? ਦੇਖੋ, ਜਿੱਥੇ ਤੱਕ ਮੈਨੂੰ ਸਮਝ ਹੈਗੀ ਹੈ, ਮੈਂ ਜਿਸ ਵੇਲੇ ਇਹ ਸ਼ਬਦ ਸੁਣਿਆ ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ, ਉਹਨਾਂ ਨੇ ਕਿਹਾ ਜੀ ਅੰਦੋਲਨ ਜੀਵੀ, ਇਹ ਨਵੀਂ ਚੀਜ਼ ਆ ਗਈ ਜੀ। ਮੇਰਾ ਆਪਣਾ ਸੋਚਣਾ ਹੈ ਕਿ ਜੇਕਰ ਅਸੀਂ ਪੰਜਾਬੀ ਦੀਆਂ ਮਹਾਨ ਕੋਸ਼ ਡਿਕਸ਼ਨਰੀਆਂ ਕੰਸਲਟ ਕਰੀਏ ਨਾ, ਤੇ ਜੀਵੀ ਦਾ ਮਤਲਬ ਹੈ ਪੈਰਾਸਾਈਟਸ। ਆਕਸਫੋਰਡ ਡਿਕਸ਼ਨਰੀ ਅਗਰ ਤੁਸੀਂ ਕੰਸਲਟ ਕਰ ਲਓ ਤਾਂ ਆਕਸਫੋਰਡ ਡਿਕਸ਼ਨਰੀ ਵੀ ਕਹਿੰਦੀ ਹੈ ਕਿ ਪੈਰਾਸਾਈਟ ਦਾ ਮਤਲਬ ਹੈ ਦ ਪਰਸਨ ਹੂ ਐਕਸਪਲੋਇਟਸ ਦ ਅਦਰ ਪਰਸਨ, ਟੇਕ ਬੈਨੀਫਿਟ ਐਂਡ ਡਸ ਨਾਟ ਗਿਵ ਐਨੀਥਿੰਗ ਇਨ ਰਿਟਰਨ ਟੂ ਦੈਟ ਪਰਸਨ। ਭਾਵ ਕਹਿਣ ਦਾ ਕਿ ਪੈਰਾਸਾਈਟ ਉਹ ਵਿਅਕਤੀ ਹੈ, ਜੀਵੀ ਦਾ ਮਤਲਬ ਹੈ ਪੈਰਾਸਾਈਟ ਇੰਗਲਿਸ਼ ਵਿੱਚ, ਤੇ ਪੈਰਾਸਾਈਟ ਦਾ ਮਤਲਬ ਹੈ ਕਿ ਉਹ ਵਿਅਕਤੀ ਜੋ ਕਿ ਦੂਜਿਆਂ ਦਾ ਸ਼ੋਸ਼ਣ ਕਰਕੇ ਆਪਣਾ ਬੈਨੀਫਿਟ ਲੈਂਦਾ ਹੈ ਤੇ ਰਿਟਰਨ ਦੇ ਵਿੱਚ ਉਹਨੂੰ ਕੁਝ ਨਹੀਂ ਦਿੰਦਾ। ਇਹ ਅੰਦੋਲਨਕਾਰੀ ਜੀਵੀ ਨੇ। ਇਹ ਤਾਂ ਇੱਕ ਡੈਰੋਗੇਟਰੀ ਰਿਮਾਰਕ ਦਿੱਤਾ ਗਿਆ, ਅਪਮਾਨਜਨਕ ਰਿਮਾਰਕ ਦਿੱਤਾ ਗਿਆ ਇਸ ਕਿਸਾਨਾਂ ਨੂੰ, ਜਿਹੜੇ ਕਿਸਾਨ ਸਾਰਿਆਂ ਢਿੱਡ ਭਰਦੇ ਨੇ। ਸਾਰੇ ਲੋਕੀ ਬਗੈਰ ਅੰਨ ਖਾਤੇ ਨਹੀਂ ਜੀਵ ਸਕਦੇ, ਤੇ ਉਹ ਅੰਨ ਪੈਦਾ ਕਰਨ ਵਾਲਾ ਕਿਸਾਨ ਹੈ, ਤਾਂ ਉਹ ਕਿਸਾਨਾਂ ਨੂੰ ਕਹਿਤਾ ਗਿਆ ਤੁਸੀਂ ਅੰਦੋਲਨਕਾਰੀ ਜੀਵੀ ਹੋ, ਦੇ ਆਰ ਪੈਰਾਸਾਈਟਸ। ਇੱਕ ਬੜਾ ਵੱਡੀ ਇੱਕ ਮੈਂ ਮਹਿਸੂਸ ਕਰਦਾ ਕਿ ਗਾਲ ਕੱਢੀ ਗਈ ਹੈ। ਇਟ ਇਜ਼ ਏ ਡੈਰੋਗੇਟਰੀ ਰਿਮਾਰਕਸ। ਅਗਰ ਇਹਦੇ ਸ਼ਬਦਾਂ ਦਾ ਵਿਸ਼ਲੇਸ਼ਣ ਕਰੋਗੇ ਨਾ ਤਾਂ ਇਹ ਡੈਰੋਗੇਟਰੀ ਰਿਮਾਰਕਸ ਨੇ। ਇਹ ਪ੍ਰਧਾਨ ਮੰਤਰੀ ਦੇ ਰੁਤਬੇ ਵਾਲੇ ਵਿਅਕਤੀ ਨੂੰ ਇੰਨੇ ਉੱਚੇ ਰੁਤਬੇ ਬੈਠ ਕਰਕੇ ਇਹ ਅੰਦੋਲਨਕਾਰੀ ਜੀਵੀ ਸ਼ਬਦ ਇਹ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਵੀ ਆਰ ਨਾਟ ਦ ਪੈਰਾਸਾਈਟਸ, ਰਾਦਰ ਵੀ ਆਰ ਦ ਪੀਪਲ। ਸਿੱਖ ਜਿਹੜੇ ਨੇ, ਕਿਸਾਨ ਜਿਹੜੇ ਨੇ, ਉਹ ਵਿਅਕਤੀ ਨੇ ਜਿਹੜੀ ਸਾਰੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ। ਜਦੋਂ ਦੇ ਬਾਰਡਰ 'ਤੇ ਲੱਗਿਆ ਨਾ ਮੋਰਚਾ, ਸਾਰਿਆਂ ਨੂੰ ਰੋਟੀ ਖਵਾ ਰਹੇ ਨੇ। ਅਸੀਂ ਕਿੱਦਾਂ ਪੈਰਾਸਾਈਟ ਹੋ ਗਏ ਬਈ? ਅਸੀਂ ਪੈਰਾਸਾਈਟਸ ਨਹੀਂ ਹੈਗੇ। ਵੀ ਆਰ ਦਾ ਪ੍ਰੋਟੈਕਟਰ ਆਫ ਦਾ ਹਿਊਮੈਨਿਟੀ। ਅਸੀਂ ਮਨੁੱਖਤਾ ਦੀ ਜਿਹੜੀ ਹੈ ਨਾ ਸੰਭਾਲ ਕਰਦੇ ਹਾਂ। ਵੀ ਆਰ ਨਾਟ ਦ ਪੈਰਾਸਾਈਟਸ। ਅਸੀਂ ਗੁਰੂ ਗੋਬਿੰਦ ਸਿੰਘ ਸਿੱਖ ਹਾਂ। ਸੋ ਇਹ ਜਿਹੜਾ ਬੋਲਿਆ ਨਾ ਮੋਦੀ ਸਾਹਿਬ ਨੇ, ਇਹ ਮੈਂ ਸਮਝਦਾ ਕਿ ਇਹ ਅੰਦੋਲਨ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ, ਉਹਦੀ ਨੈਤਿਕ ਭਾਵਨਾ ਨੂੰ ਵੀ ਉਹਨਾਂ ਨੇ ਨਹੀਂ ਕਬੂਲਿਆ। ਇੱਦਾਂ ਲੱਗਦਾ ਹੈ ਜਾਂ ਪ੍ਰਧਾਨ ਮੰਤਰੀ ਸਾਹਿਬ ਪੜ੍ਹੇ ਨਹੀਂ, ਤੇ ਜਾਂ ਉਹ ਪੜ੍ਹੇ ਜ਼ਿਆਦਾ ਨੇ, ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੇ ਆ। ਮੈਨੂੰ ਇਹ ਨਹੀਂ ਪਤਾ ਕਿ ਉਹ ਪੜ੍ਹੇ ਨੇ ਜਾਂ ਨਹੀਂ ਪੜ੍ਹੇ ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਇਹ ਸ਼ਬਦਾਵਲੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅੰਦੋਲਨਕਾਰੀਆਂ ਦੇ ਵਾਸਤੇ, ਜਿਹੜੇ ਕਿ ਸੱਚੀ ਸੁੱਚੀ ਅੰਦੋਲਨ ਕਰ ਰਹੇ ਨੇ, ਸੱਚਾ ਸੁੱਚਾ ਸਿਧਾਂਤਾਂ ਦੇ ਉੱਤੇ ਚੱਲਦੇ ਹੋਏ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ। ਹੋ ਸਕਦਾ ਇਹਨਾਂ ਕੋਲੋਂ ਇਹ ਲੈਕਚਰ ਬਣ ਕੇ ਪਿੱਛੋਂ ਤਿਆਰ ਹੋ ਕੇ ਆਇਆ ਹੋਏ, ਇਹਦੇ ਸ਼ਬਦਾਂ ਦੇ ਪਿੱਛੇ ਨਾ ਗਏ ਹੋਣ, ਜੀਵੀ ਦਾ ਮਤਲਬ ਇਹਨਾਂ ਨੇ ਦੇਖਿਆ ਨਾ ਹੋਏ, ਇਹਨਾਂ ਨੇ ਐਵੇਂ ਬੋਲਤਾ ਜਿਵੇਂ ਬੁੱਧੀਜੀਵੀ ਹੁੰਦੇ ਨੇ। ਲੇਕਿਨ ਨਹੀਂ, ਮੈਂ ਸਮਝਦਾ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਡੈਰੋਗੇਟਰੀ ਰਿਮਾਰਕਸ ਨੇ, ਔਰ ਇਹ ਸ਼ਬਦਾਂ ਦੀ ਅਸੀਂ ਅਪਰੂਵਲ ਸਿੱਖ ਕੌਮ ਨਹੀਂ ਦਿੰਦੀ। ਪ੍ਰੋਫੈਸਰ ਸਾਹਿਬ, ਅੰਦੋਲਨ ਨੂੰ ਕਿਹੜੇ ਨਤੀਜੇ ਦੇ ਉੱਪਰ ਪੁੱਜਿਆ ਦੇਖਦੇ ਹੋ? ਕਿਸ ਤਰ੍ਹਾਂ ਲੱਗਦਾ ਅੰਦੋਲਨ ਬਾਰੇ? ਵੇਖੋ, ਮੈਂ ਆਪਣੇ ਸਾਥੀਆਂ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਸਿੰਘ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੇ ਵੱਲੋਂ ਜੋ ਸਾਨੂੰ ਨਿਰਦੇਸ਼ ਮਿਲੇ ਉਹਦੇ ਮੁਤਾਬਕ ਅਸੀਂ ਉੱਥੇ 3-4 ਵਾਰੀ ਵਿਜ਼ਿਟ ਕੀਤਾ ਹੈ। ਸਾਡੀ ਟੀਮ ਗਈ ਉੱਥੇ। ਮੈਮ ਇੱਦਾਂ ਲੱਗਿਆ, ਮੈਨੂੰ ਇੱਦਾਂ ਪ੍ਰਤੀਤ ਹੁੰਦਾ ਹੈ ਕਿ ਉੱਥੇ 3 ਪ੍ਰਕਾਰ ਦੀਆਂ ਲੇਅਰਸ ਹੈਗੀਆਂ ਨੇ ਸੰਘਰਸ਼ ਦੇ ਵਿੱਚ, ਮੂਵਮੈਂਟ ਦੇ ਵਿੱਚ। ਨੰਬਰ 1 ਹੈਗੀ ਹੈ ਕਿ ਜਿਹਦੇ ਵਿੱਚ ਕਿ ਕਿਸਾਨ ਆਗੂ ਫਰੰਟ 'ਤੇ ਨੇ, ਉਹਦੇ ਪਿੱਛੇ ਇੱਕ ਬੜੀ ਫਾਰਮੀਡੇਬਲ, ਬੜੀ ਸਟਰੋਂਗ, ਬੜੀ ਮਜ਼ਬੂਤ ਦੂਜੀ ਲੇਅਰ ਹੈ, ਔਰ ਉਹ ਹੈ ਨੌਜਵਾਨਾਂ ਦੀ। ਨੌਜਵਾਨ ਜਾਗਰੂਕ ਹੋ ਗਿਆ। ਮੈਂ ਇਸ ਵੇਲੇ ਇਹ ਗੱਲ ਕਹਾਂਗਾ ਕਿ ਬਈ ਨੌਜਵਾਨਾਂ ਦਾ ਜੋ ਕੰਟਰੀਬਿਊਸ਼ਨ ਹੈ ਇਸ ਸੰਘਰਸ਼ ਦੇ ਵਿੱਚ,
ਉਹ ਇਤਿਹਾਸ ਦੇ ਸੁਨਹਿਰੇ ਪੰਨਿਆਂ ਦੇ ਵਿੱਚ ਲਿਖਿਆ ਜਾਏਗਾ। ਤੇ ਤੀਜੀ ਜਿਹੜੀ ਫੋਰਸ ਹੈ ਜੋ ਮੈਂ ਦੇਖਦਾ, ਉਹ ਹੈ ਸਾਡੀਆਂ ਮਾਤਾਵਾਂ ਦੀ, ਸਾਡੀਆਂ ਭੈਣਾਂ ਦੀ, ਸਾਡੀਆਂ ਬੱਚਿਆਂ ਦੀ, ਬੀਬੀਆਂ ਦੀ। ਇਹ ਮਾਈ ਭਾਗੋ ਬਣ ਕੇ, ਇੱਕ ਫੋਰਸ ਬਣ ਕੇ, ਬੜੀ ਵੱਡੀ ਤਾਕਤ ਬਣ ਕੇ ਇਹ ਪਿੱਛੇ ਖਲੋਤੀਆਂ ਨੇ। ਔਰ ਇਹਨਾਂ ਦਾ ਪ੍ਰੈਸ਼ਰ ਜਿਹੜਾ ਹੈ ਨਾ, ਉਹ ਕਿਸਾਨ ਆਗੂਆਂ ਨੂੰ ਵੀ ਪਤਾ ਹੈ ਕਿ ਇਹ ਮਾਤਾਵਾਂ ਸਿਰਫ ਪ੍ਰਸ਼ਾਦੇ ਬਣਾਉਣ ਤੱਕ ਸੀਮਿਤ ਨਹੀਂ ਹੈਗੀਆਂ, ਇਹ ਜਾਗਰੂਕ ਹੋ ਚੁੱਕੀਆਂ ਨੇ ਆਪਣੇ ਹੱਕਾਂ ਵਾਸਤੇ। ਇਹ ਟਰੈਕਟਰ ਚਲਾ ਕੇ ਆਈਆਂ ਨੇ, ਇਹਨਾਂ ਦੇ ਵਿੱਚ ਵੀਰ ਰਸ ਵੀ ਹੈ, ਇਹਨਾਂ ਵਿੱਚ ਸੋਚਣ ਸ਼ਕਤੀ ਵੀ ਹੈ, ਇਹਨਾਂ ਵਿੱਚ ਦ੍ਰਿੜਤਾ ਵੀ ਹੈ, ਇਹਨਾਂ ਵਿੱਚ ਸੰਕਲਪ ਵੀ ਹੈ। ਸੋ ਸਾਡੀਆਂ ਜਿਹੜੀਆਂ ਮਾਤਾਵਾਂ ਉੱਥੇ ਬੈਠੀਆਂ ਨੇ ਨਾ, ਇਹ ਜਾਗਰੂਕ ਹੋ ਚੁੱਕੀਆਂ ਨੇ। ਸੋ ਇਹ 3 ਪ੍ਰਕਾਰ ਦੀ ਲੇਅਰਸ ਜਿਹੜੀਆਂ ਨੇ ਮੈਨੂੰ ਉੱਥੇ ਨਜ਼ਰ ਆਉਂਦੀਆਂ ਨੇ, ਪ੍ਰਤੀਤ ਹੁੰਦੀਆਂ ਨੇ, ਜਿਹਦਾ ਕਿ ਪ੍ਰੈਸ਼ਰ ਜਿਹੜਾ ਹੈ ਕਿਸਾਨ ਆਗੂਆਂ ਦੇ ਉੱਤੇ ਵੀ ਜ਼ਰੂਰ ਹੈਗਾ ਹੈ ਕਿ ਪਿੱਛੇ ਇੱਕ ਬ੍ਰਿਗੇਡ ਬੀਬੀਆਂ ਦੀ ਹੈ, ਨੌਜਵਾਨਾਂ ਦੀ ਬ੍ਰਿਗੇਡ ਹੈ। ਇਹ ਸਾਰਾ ਪ੍ਰੈਸ਼ਰ ਮੇਨਟੇਨ ਰਹਿਣਾ ਚਾਹੀਦਾ ਹੈ ਜਦ ਤੱਕ ਕਿ ਸਾਡੇ ਤਿੰਨੋਂ ਕਾਨੂੰਨ ਜਿਹੜੇ ਨੇ ਉਹ ਰੱਦ ਨਹੀਂ ਹੁੰਦੇ। ਪ੍ਰੋਫੈਸਰ ਸਾਹਿਬ, ਤੁਸੀਂ ਵੀ ਜ਼ਿੰਦਗੀ ਦਾ ਲੰਮਾ ਸਮਾਂ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਗੁਜ਼ਾਰਿਆ ਹੈ। ਵੱਡੇ ਵੱਡੇ ਤੁਹਾਡੇ ਕੋਲੋਂ ਜਿਹੜੇ ਵਿਦਿਆਰਥੀ ਪੜ੍ਹੇ ਨੇ ਉਹ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਜਾ ਕੇ ਪੁੱਜੇ ਨੇ, ਪਰ ਤੁਸੀਂ ਵੀ ਇਸ ਅੰਦੋਲਨ ਨੂੰ, ਸਾਰੇ ਅੰਦੋਲਨਾਂ ਨੂੰ, ਜਿਵੇਂ ਤੁਸੀਂ ਬੜੀ ਨਜ਼ਦੀਕੀ ਤੋਂ ਘੋਖਦੇ ਹੋ, ਇਸ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਮੈਂ ਸਮਝਦਾ ਕਿ ਬਈ ਇਹ ਅੰਦੋਲਨ ਜਿਹੜਾ ਹੈ ਨਾ, ਆਪਣੇ ਆਪ ਦੇ ਵਿੱਚ ਇੱਕ ਨਿਵੇਕਲਾ ਅੰਦੋਲਨ ਹੈ। ਇਹ ਬਾਹਰੀ ਰੂਪ ਦੇ ਵਿੱਚ ਸਾਨੂੰ 3 ਜਿਹੜੇ ਕਾਨੂੰਨ ਨੇ ਇਹ ਰੱਦ ਕਰਵਾਉਣੇ ਬਣਦੇ ਨੇ, ਸਾਨੂੰ ਕਰਵਾਉਣੇ ਚਾਹੀਦੇ ਨੇ। ਲੇਕਿਨ ਇਸ ਅੰਦੋਲਨ ਨੇ ਪੰਜਾਬ ਦੀ ਸੁੱਤੀ ਹੋਈ ਜ਼ਮੀਰ ਨੂੰ, ਸੋਚ ਨੂੰ ਇੱਕ ਨਵਾਂ ਬੂਰ ਦਿੱਤਾ ਹੈ। ਹੋਰ ਮੈਂ ਸਮਝਦਾ ਕਿ ਜਿਹੜੇ ਸਾਡੇ ਐਂਟੀ ਪੰਥਕ ਫੋਰਸਿਸ ਪੰਜਾਬ ਦੇ ਸ਼ਹਿਰਾਂ ਦੇ ਵਿੱਚ, ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਦੇ ਵਿੱਚ ਆਪਣੇ ਘਰ ਬਣਾ ਗਈਆਂ ਸੀਗੀਆਂ, ਅੱਜ ਉਹਨਾਂ ਦੇ ਪੈਰ ਇਸ ਅੰਦੋਲਨ ਕਰਕੇ ਉਖੜ ਗਏ ਨੇ। ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹੈ, ਗ੍ਰਿਫਤਾਰੀਆਂ ਹੋ ਵੀ ਰਹੀਆਂ ਹੈ, ਪਰ ਨੌਜਵਾਨਾਂ ਨੂੰ ਜਾਂ ਭਾਰਤ ਵਰਸ਼ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਦੇਖੋ ਜੀ, ਇਹ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਨਾ, ਇਹ ਉਹਨਾਂ ਨੌਜਵਾਨਾਂ ਦੀਆਂ ਨੇ ਜਿਹੜਾ ਨੌਜਵਾਨਾਂ ਦੇ ਭਰਾ ਜਿਹੜੇ ਨੇ ਨਾ ਬਾਰਡਰਾਂ 'ਤੇ ਬੈਠੇ ਨੇ ਜੀ, ਜਿਹਨਾਂ ਦੇ ਪਿਓ ਬੈਠੇ ਨੇ ਬਾਰਡਰਾਂ 'ਤੇ। ਮੈਂ ਭਾਰਤ ਦੀ ਸਰਕਾਰ ਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਇਹ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਇਹ ਸਾਰੀਆਂ ਗੈਰ ਕਾਨੂੰਨੀ ਨੇ। ਇਹਨਾਂ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਹੈਗਾ। ਇਹਨਾਂ ਨੌਜਵਾਨਾਂ ਨੂੰ ਬਿਨਾਂ ਸ਼ਰਤ ਜਿਹੜਾ ਹੈ ਰਿਹਾ ਕੀਤਾ ਜਾਣਾ ਚਾਹੀਦਾ ਹੈ। ਔਰ ਇੱਕ ਐਸਾ ਮਾਹੌਲ ਸਿਰਜਣਾ ਚਾਹੀਦਾ ਹੈ ਜਿਹਦੇ ਨਾਲ ਕਿ ਇਹ ਕਿਸਾਨਾਂ ਦੀ ਜਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਔਰ ਇਹ ਜਿਹੜੇ ਨੌਜਵਾਨ ਨੇ ਕਿਸੇ ਵੀ ਰੂਪ ਦੇ ਵਿੱਚ ਕੋਈ ਟਕਰਾਵ ਨਹੀਂ ਚਾਹੁੰਦੇ, ਕਿਸੇ ਪ੍ਰਕਾਰ ਦੇ ਨਾਲ ਕੋਈ ਇਹਨਾਂ ਨੇ ਕੋਈ ਦਹਿਸ਼ਤ ਨਹੀਂ ਫੈਲਾਈ। ਦਿੱਲੀ ਗਏ ਵੀ 26 ਜਨਵਰੀ ਨੂੰ, ਕਿਸੇ ਵੀ ਵਿਅਕਤੀ ਦਾ ਕੋਈ ਸਰੀਰਕ ਨੁਕਸਾਨ ਨਹੀਂ ਕੀਤਾ, ਕਿਸੇ ਦੇ ਨਾਲ ਲੁੱਟ ਖਸੁੱਟ ਨਹੀਂ ਕੀਤੀ, ਕੁਛ ਵੀ ਨਹੀਂ ਕੀਤਾ। ਤੇ ਇਹਨਾਂ ਨੇ ਨੌਜਵਾਨਾਂ ਦੀ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਤੁਰੰਤ ਕੈਂਸਲ ਕਰਕੇ ਇਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ। ਜ਼ਮਾਨਤਾਂ 'ਤੇ ਰਿਹਾਈ ਨਹੀਂ ਸਾਨੂੰ ਚਾਹੀਦੀ, ਇਹਨਾਂ ਦੀ ਅਨਕੰਡੀਸ਼ਨਲ ਜਿਹੜੀ ਹੈ ਉਹ ਰਿਹਾਈ ਬਣਦੀ ਹੈ, ਜਿਹਦੇ ਨਾਲ ਕਿ ਅਸੀਂ ਇੱਕ ਗਲਵੱਕੜੀ ਵਾਲਾ ਪ੍ਰੋਗਰਾਮ ਸ਼ੁਰੂ ਕਰੀਏ। ਗਲਵੱਕੜੀ ਦਾ ਪ੍ਰੋਗਰਾਮ ਦਾ ਮਤਲਬ ਹੋ ਗਿਆ ਕਿ ਸਰਕਾਰ ਜਿਹੜੀ ਹੈ ਉਹ ਇੱਕ ਐਸਾ ਮਾਹੌਲ ਤਿਆਰ ਕਰੇ ਜਿਹਦੇ ਵਿੱਚ ਕਿ ਕਿਸਾਨਾਂ ਨੂੰ, ਸਾਰੇ ਕਿਸਾਨ ਭਾਈਚਾਰੇ ਨੂੰ ਸਰਕਾਰ ਆਪਣੀ ਗਲਵੱਕੜੀ ਵਿੱਚ ਲਵੇ। ਪ੍ਰੋਫੈਸਰ ਸਾਹਿਬ ਦੇ ਨਾਲ ਗੱਲਬਾਤ ਕੀਤੀ, ਉਹ ਆਪਣੇ ਨਜ਼ਰੀਏ ਤੋਂ ਸੋਚਦੇ ਨੇ ਕਿ ਇਸ ਵਕਤ ਜਿਹੜੇ ਸਰਕਾਰ ਨੂੰ ਸੁਚੱਜੇ ਫੈਸਲੇ ਲੈ ਕੇ ਕਿਸਾਨਾਂ ਦਾ ਦਿਲ ਜਿੱਤਣਾ ਚਾਹੀਦਾ ਹੈ, ਦੇਸ਼ ਵਾਸੀਆਂ ਦਾ ਦਿਲ ਜਿੱਤਣਾ ਚਾਹੀਦਾ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕੇਂਦਰ ਦੀ ਵਜ਼ਾਰਤ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਪੈਂਤੜਾ ਉਲੀਕਿਆ ਜਾਂਦਾ ਹੈ। ਇਸ ਤਰ੍ਹਾਂ ਦੀਆਂ तमाम ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।